गुड मॉर्निंग स्टूडेंट्स। बच्चे ਆਪਾਂ ਕੰਪਲੀਟ ਕਰ ਲਿਆ ਸੀ ਚੈਪਟਰ ਨੰਬਰ 1 ਬੇਸਿਕ ਕਨਸੈਪਟਸ ਆਫ ਕੈਮਿਸਟਰੀ। ਸੋ ਆਪਣੇ ਹੁਣ +1 ਸਿਲੇਬਸ ਦੇ 6 ਚੈਪਟਰਸ ਆਪਾਂ ਕੰਪਲੀਟ ਕਰ ਚੁੱਕੇ ਹਾਂ, ਠੀਕ ਹੈ। ਐਂਡ ਵੀ ਆਰ ਮੋਰ ਦੈਨ ਹਾਫ ਵੇ ਥਰੂ, ਆਪਣਾ ਹਾਫ ਤੋਂ ਜ਼ਿਆਦਾ ਸਿਲੇਬਸ ਕਵਰ ਹੋ ਚੁੱਕਿਆ ਬੱਚੇ ਆਲਰੇਡੀ, ਕਿਉਂਕਿ ਬੇਸ਼ੱਕ ਕਾਊਂਟਿੰਗ ਦੇ ਵਿੱਚ ਚੈਪਟਰਸ ਨੀਅਰਲੀ ਹਾਫ ਕਵਰ ਹੋ ਗਏ, ਕਿਉਂਕਿ ਟੋਟਲ ਆਪਾਂ ਨੇ 13 ਚੈਪਟਰਸ ਕਵਰ ਕਰਨੇ ਆ, ਬਟ ਬਲਕੀ ਚੈਪਟਰਸ ਆਪਾਂ 2 ਕਵਰ ਕਰ ਚੁੱਕੇ ਆ, ਐਟੋਮਿਕ ਸਟਰਕਚਰ ਐਂਡ ਕੈਮੀਕਲ ਬੌਂਡਿੰਗ, ਠੀਕ ਹੈ ਨਾ। ਐਂਡ ਜਿਹੜੇ ਚੈਪਟਰਸ ਬਚੇ ਹੋਏ ਨੇ ਉਹ ਇੰਨੇ ਜ਼ਿਆਦਾ ਲੈਂਥੀ ਨਹੀਂ ਹੈ, ਠੀਕ ਹੈ ਨਾ। ਸੋ ਇਸ ਲਈ ਆਪਾਂ ਨੂੰ ਹੁਣ ਮਤਲਬ ਇੱਕ ਆਈਡੀਆ ਅਗਰ ਆਪਾਂ ਲਗਾ ਕੇ ਚੱਲੀਏ ਤਾਂ ਬਾਈ ਦਾ ਐਂਡ ਆਫ ਅਕਤੂਬਰ ਆਪਾਂ ਸਿਲੇਬਸ ਇੱਕ ਵਾਰ ਫਿਨਿਸ਼ ਕਰ ਦਾਂਗੇ ਐਂਡ ਦੈਨ ਵੀਲ ਸਟਾਰਟ ਆਫ ਵਿਦ ਦ ਰਿਵੀਜ਼ਨ। ਸੋ ਅੱਜ ਆਪਾਂ ਜੋ ਚੈਪਟਰ ਸਟਾਰਟ ਕਰਨਾ ਹੈ that is the chapter number 5 in your book which is called states of matter। ਤੇ ਆਪਣੇ ਕੋਲ ਬੱਚੇ ਦੇਖੋ we know ਕਿ there are 3 states, solids, liquids and gases, ਠੀਕ ਹੈ ਨਾ। ਉਸ ਦੇ ਵਿੱਚੋਂ ਜੋ ਗੈਸੀਅਸ ਸਟੇਟ ਹੈ ਉਹ ਆਪਾਂ ਨੇ ਹੁਣ ਸਟੱਡੀ ਕਰਨੀ ਹੈ। ਲਿਕੁਇਡ ਸਟੇਟ ਤੁਹਾਡੇ ਸਿਲੇਬਸ ਚੋਂ ਸਟ੍ਰਾਈਕ ਆਫ ਕਰ ਦਿੱਤੀ ਗਈ ਹੈ ਐਂਡ ਜਿਹੜੀ ਸੋਲਿਡ ਸਟੇਟ ਹੈ ਬੱਚੇ ਉਹ 10+2 ਚ ਹੈ, ਠੀਕ ਹੈ ਨਾ। So देखो, so we have 3 states of matter: solids, liquids and gases, ठीक है। ਹੁਣ ਤਿੰਨਾਂ ਦੇ ਵਿੱਚ ਰਾਜੇ ਜਿਹੜਾ ਮੇਜਰ ਡਿਫਰੈਂਸ ਹੈ ਨਾ, ਉਹ ਬੇਸਿਕਲੀ ਕੀ ਹੈ ਦੇਖੋ। ਸੋ ਸੋਲਿਡਸ ਜਿਨ੍ਹਾਂ ਦੇ ਵਿੱਚ ਜਿਹੜੇ ਕਨਸਟੀਟੂਐਂਟ ਪਾਰਟੀਕਲਸ ਹੈ ਉਹ ਜਿਸ ਤੋਂ ਵੀ ਬਣੇ ਹੋਏ ਨੇ they are very close to each other, ਠੀਕ ਹੈ। ਇੱਕ ਤਰ੍ਹਾਂ ਦੀ ਆਪਾਂ ਕਹਿੰਦੇ ਆ ਕਿ ਉਹਨਾਂ ਦੇ ਵਿਚਕਾਰ ਜਿਹੜੀਆਂ ਇੰਟਰਮੋਲੀਕੂਲਰ ਫੋਰਸਸ ਹੈ they are intermolecular forces are very strong and ਜੋ ਇੰਟਰਮੋਲੀਕੂਲਰ ਡਿਸਟੈਂਸਸ ਹੈ they are negligible। ਫੋਰਸਸ ਆਪਸ 'ਚ ਬਹੁਤ ਸਟਰੋਂਗ ਹੋਣ ਕਰਕੇ ਮੋਲੀਕਿਊਲਸ ਆਪਸ ਵਿੱਚ ਬਹੁਤ ਚੰਗੀ ਤਰ੍ਹਾਂ ਅਟਰੈਕਟਡ ਹੈ, ਇਸ ਕਰਕੇ ਮੋਲੀਕਿਊਲਸ ਦੇ ਵਿਚਕਾਰ ਲਗਭਗ there are no distances। ਹੁਣ ਜਦੋਂ ਆਪਾਂ ਲਿਕੁਇਡਸ ਵੱਲ ਜਾਵਾਂਗੇ ਜਿਹੜੀਆਂ ਫੋਰਸਸ ਹੈ ਉਹ ਥੋੜੀਆਂ ਜਿਹੀਆਂ ਡਿਕਰੀਜ਼ ਹੋ ਜਾਣਗੀਆਂ, ਜਿਹੜੇ ਆਪਸ ਦੇ ਡਿਸਟੈਂਸਸ ਹੈ ਉਹ ਥੋੜੇ ਜਿਹੇ ਇਨਕਰੀਜ਼ ਹੋ ਜਾਣਗੇ ਬੱਚੇ, ਠੀਕ ਹੈ। ਸੋ ਲਿਕੁਇਡਸ the intermolecular forces will become weaker as compared to solids, the molecules will move far and the intermolecular distances will increase। gases ਦੇ ਵਿੱਚ ਬੱਚੇ ਫੋਰਸਸ ਬਹੁਤ ਜ਼ਿਆਦਾ ਡਿਕਰੀਜ਼ ਕਰ ਜਾਣਗੀਆਂ, ਠੀਕ ਹੈ। ਐਂਡ ਜਿਹੜੇ ਇੰਟਰਮੋਲੀਕੂਲਰ ਡਿਸਟੈਂਸਸ ਹੈ ਉਹ ਬਹੁਤ ਜ਼ਿਆਦਾ ਹੋ ਜਾਣਗੇ, ਉਹ ਇੰਨੇ ਜ਼ਿਆਦਾ ਹੋ ਜਾਣਗੇ ਕਿ ਦੇਖੋ ਜਿਹੜੀ ਟੋਟਲ ਵੋਲਿਊਮ ਹੈ ਉਹ ਇੰਨੀ ਜ਼ਿਆਦਾ ਆਕਿਊਪਾਈ ਹੋਗੀ ਕਿ ਮੋਲੀਕਿਊਲਸ ਦੀ ਵੋਲਿਊਮ, ਖੁਦ ਦੀ ਵੋਲਿਊਮ ਕੀ ਹੋ ਜਾਏਗੀ, ਲਗਭਗ ਨੈਗਲੀਜੀਬਲ। ਦੇਖੋ ਧਿਆਨ ਨਾਲ ਦੇਖੋ, ਅਗਰ ਮੈਂ 4 ਮੋਲੀਕਿਊਲਸ ਹੀ ਲਗਾ ਕੇ ਚੱਲਾਂ, ਹੁਣ ਇੱਥੇ ਟੋਟਲ ਵੋਲਿਊਮ ਇੰਨੀ ਆਕਿਊਪਾਈਡ ਹੈ ਤੇ ਮੋਲੀਕਿਊਲਸ ਦੀ ਵੋਲਿਊਮ ਵੀ ਉਨੀ ਹੋਈ ਹੈ। ਇੱਥੇ ਬੱਚੇ ਟੋਟਲ ਵੋਲਿਊਮ ਇੰਨੀ ਆਕਿਊਪਾਈਡ ਹੈ ਤੇ ਮੋਲੀਕਿਊਲਸ ਦੀ ਵੋਲਿਊਮ ਆਪ ਹੀ ਖਾਲੀ ਸਪੇਸ ਵੀ ਕਾਫੀ ਹੋਗੀ। ਹੁਣ ਇੱਥੇ ਕੀ ਹੈ ਦੇਖੋ, ਟੋਟਲ ਵੋਲਿਊਮ ਤਾਂ ਇੰਨੀ ਹੈ ਤੇ ਮੋਲੀਕਿਊਲਸ ਦੀ ਵੋਲਿਊਮ ਸਿਰਫ 1 2 3 4 ਇੰਨੀ, ਠੀਕ ਹੈ ਨਾ। ਜੇ ਆਪਾਂ ਇੱਕ ਮੋਲੀਕਿਊਲ ਦੀ ਵੋਲਿਊਮ ਨੂੰ 4/3 πr³ ਮੰਨ ਲਈਏ ਤਾਂ 4/3 πr³ into 4 ਮੋਲੀਕਿਊਲਸ ਦੀ ਵੋਲਿਊਮ ਤਾਂ ਇੰਨੀ ਹੈ ਬਟ ਟੋਟਲ ਵੋਲਿਊਮ ਇੰਨੀ ਜ਼ਿਆਦਾ ਹੋਗੀ, ਠੀਕ ਹੈ ਨਾ। ਸੋ ਕਹਿਣ ਦਾ ਮਤਲਬ ਕੀ ਹੈ ਕਿ ਇੱਥੇ ਫੋਰਸਸ ਸਟਰੋਂਗੈਸਟ, ਵੀਕਰ, ਵੀਕੈਸਟ, ਇੰਟਰਮੋਲੀਕੂਲਰ ਡਿਸਟੈਂਸਸ ਬਿਲਕੁਲ ਨੈਗਲੀਜੀਬਲ, ਜ਼ਿਆਦਾ, ਬਹੁਤ ਜ਼ਿਆਦਾ, ਠੀਕ ਹੈ ਨਾ। ਬਲਕਿ ਇਨਫੈਕਟ ਅਗਰ ਮੈਂ ਤੁਹਾਨੂੰ ਇੱਕ ਮੋਟਾ ਜਿਹਾ ਹਿਸਾਬ ਦੱਸਾਂ, ਠੀਕ ਹੈ, ਆਪਾਂ ਬਾਅਦ 'ਚ ਨਿਊਮੈਰੀਕਲੀ ਪ੍ਰੂਵ ਵੀ ਕਰਾਂਗੇ ਕਿ ਇਸ ਟਾਈਮ ਜਿਵੇਂ ਆਪਾਂ ਰੂਮ ਦੇ ਵਿੱਚ ਹੈ, ਜਿੰਨੀ ਵੀ ਏਅਰ ਤੁਹਾਡੇ ਕੋਲ ਰੂਮ ਦੇ ਵਿੱਚ ਹੈ ਐਟ ਨਾਰਮਲ ਟੈਂਪਰੇਚਰ ਐਂਡ ਪ੍ਰੈਸ਼ਰ, ਤੁਸੀਂ ਵੈਕਿਊਮ ਲਗਾ ਕੇ ਉਹ ਸਾਰੀ ਏਅਰ ਨੂੰ ਇਕੱਠਾ ਕਰ ਲਓ, ਠੀਕ ਹੈ, ਮਤਲਬ ਕੰਜੈਸਟ ਕਰ ਲਓ, ਕੰਪਰੈਸ ਕਰ ਲਓ, ਸਾਰੀ ਏਅਰ ਇਕੱਠੀ ਹੋਗੀ। ਮਤਲਬ ਏਅਰ ਦੇ ਵਿੱਚ ਜਿੰਨੇ ਵੀ ਆਕਸੀਜਨ, ਨਾਈਟ੍ਰੋਜਨ ਐਕਸੈਟਰਾ ਦੇ ਮੋਲੀਕਿਊਲਸ ਉਹਨਾਂ ਸਾਰਿਆਂ ਦੀ ਐਕਚੁਅਲ ਵੋਲਿਊਮ ਨੂੰ ਤੁਸੀਂ ਅਗਰ ਰੂਮ ਦੀ ਵੋਲਿਊਮ ਦੇ ਮੁਕਾਬਲੇ ਕੰਪੇਅਰ ਕਰੋਗੇ ਤਾਂ ਅਗਰ ਰੂਮ ਦੀ ਵੋਲਿਊਮ 100 cc ਹੈ ਵੈਸੇ ਹੀ, ਹੈ ਨਾ, ਤਾਂ ਮੋਲੀਕਿਊਲਸ ਦੀ ਐਕਚੁਅਲ ਵੋਲਿਊਮ ਪਤਾ ਕਿੰਨੀ ਹੋਏਗੀ ਬੱਚੇ, ਜਸਟ 0.1%।
यानी कि 99.9% ऑफ द स्पेस इज एम्प्टी, ठीक है ना, क्योंकि मॉलिक्यूल्स इतने दूर दूर है कि ਜਿਹੜੀ टोटल वॉल्यूम है ਉਹਦੇ ਮੁਕਾਬਲੇ एक्चुअल वॉल्यूम ऑफ एयर या कोई भी गैस इज नेग्लिजिबल। ਜਿੱਦਾਂ ਕਿ ਆਪਾਂ ਇੱਥੇ ਦੇਖ ਰਹੇ ਹਾਂ, ਜੇ ਹੁਣ ਮੈਂ ਤੁਹਾਨੂੰ ਕਹਾਂ ਕਿ ਬੱਚੇ ਕਿ ਇਸ ਸੈਂਪਲ ਦੀ ਵੋਲਿਊਮ ਕਿੰਨੀ ਹੈ, ਤੁਸੀਂ ਬਸ ਮੈਨੂੰ ਇਸ ਕੰਟੇਨਰ ਦੀ ਵੋਲਿਊਮ ਦੱਸੋਗੇ, ਤੁਸੀਂ ਐਂ ਥੋੜੀ ਦੱਸੋਗੇ ਕਿ ਸਰ ਇਹਨਾਂ ਦੀ ਵੋਲਿਊਮ ਕਿੰਨੀ ਹੈ। ਯੂ ਗੈਟਿੰਗ ਅ ਪੁਆਇੰਟ? ਸੋ दिस इज अबाउट द स्टेट्स ऑफ मैटर, ठीक है ना। मतलब अपन सिर्फ एक सिंपल लॉजिक ध्यान च रखना है कि जिवें जिवें अपन सॉलिड तो गैसेस वाल आ रहे हैं, इंटरमोलिकुलर फोर्सेस घटदियां जा रही हैं ते इंटरमोलिकुलर डिस्टेंसेस बढ़ते जा रहे हैं। हाउ कैन वी इंटरचेंज? देखो हम जे तुसी सॉलिड तो लिक्विड बनाना है तो तुसी टेंपरेचर इंक्रीज कर दो, मॉलिक्यूल्स दी काइनेटिक एनर्जी बढ़ेगी, आपस ਦੀਆਂ ਫੋਰਸਸ ਟੁੱਟਣਗੀਆਂ, ਦੇ ਵਿਲ ਮੂਵ ਫਾਰ ਅਵੇ, ਜਿਸ ਨੂੰ ਆਪਾਂ ਕਹਿੰਦੇ ਆ ਦ ਪ੍ਰੋਸੈਸ ਨੋਨ ਐਜ਼ ਮੈਲਟਿੰਗ। ਸਿਮਿਲਰਲੀ ਅਗਰ ਤੁਸੀਂ ਲਿਕੁਇਡ ਤੋਂ ਗੈਸ ਬਣਾਉਣਾ ਹੈ ਤਾਂ ਅਗੇਨ ਟੈਂਪਰੇਚਰ ਇਨਕਰੀਜ਼ ਕਰੋ, ਦ ਮੋਲੀਕਿਊਲਸ ਵਿਲ ਮੂਵ ਅਵੇ, ਇੰਟਰਮੋਲੀਕੂਲਰ ਫੋਰਸਸ ਹੋਰ ਬ੍ਰੇਕ ਡਾਊਨ ਹੋ ਜਾਣਗੀਆਂ। ਦਿਸ ਇਜ਼ ਕਾਲਡ वेपराइजेशन, है ना, दिस इज कॉल्ड वेपराइजेशन, ठीक है। नाउ ਹੁਣ ਅਗਰ ਤੁਸੀਂ ਉਲਟਾ ਕਰਨਾ ਹੈ, ਤੁਸੀਂ ਟੈਂਪਰੇਚਰ ਡਿਕਰੀਜ਼ ਕਰ ਦਿਓ, कोई भी गैस है उसके मॉलिक्यूल्स ठंडे हो जाएंगे, काइनेटिक एनर्जी डिक्रीज हो जाएगी, एनर्जी लूज करके दे विल कम क्लोजर, द प्रोसेस नोन एज कंडेंसेशन, ठीक है। एंड सिमिलरली ਤੁਸੀਂ इसका भी टेंपरेचर डिक्रीज करो, molecules will become closer and they will get converted into solids, the process known as freezing, ठीक है ना, the process known as freezing। एक और तरीका है जिस दे नाल मैं कर सकदा, ठीक है ना। हुण तुसीं देखो ਆਪਾਂ ਉਲਟਾ ਚੱਲਦੇ हैं, अगर मैं इन्हां मॉलिक्यूल्स ਨੂੰ पास लेके आना है तो एक वे तो मेरे को है कि मैं टेंपरेचर डिक्रीज करदा, दूसरा वे इज बाय प्रेशर, मैं प्रेशर इंक्रीज करके मैं इन्होंने पास लेके आ सकता है। यू गेटिंग अ पॉइंट? सो अगर मैं टेंपरेचर डिक्रीज करूंगा या प्रेशर इंक्रीज करूंगा तो वॉल्यूम घटूगी, ठीक है। उल्टा अगर मैं टेंपरेचर बढ़ाऊंगा या प्रेशर डिक्रीज रिलीज कर दूंगा तो मॉलिक्यूल्स फिर दूर चले जाएंगे एंड द वॉल्यूम विल इंक्रीज, सो प्रेशर विल डिक्रीज। डन। सो एक सिंपल जी फंडा बच्चे, जे आप किसी चीज के ऊपर प्रेशर लगावांगे, देखो हम लेट इट बी कि दिस इज अ बुकलेट, है ना, मेरे हाथ में बुकलेट है, अगर मैं इस पे प्रेशर लगाऊंगा तो वॉल्यूम डिक्रीज होगी, जब ही मैं प्रेशर देखो रिलीज किया द वॉल्यूम विल अगेन इंक्रीज, ठीक है ना। सो किसी भी चीज के ऊपर टेंपरेचर बढ़ाने नाल या प्रेशर डिक्रीज करने नाल वॉल्यूम बढ़ती है, और या फिर प्रेशर ਵਧਾਉਣ ਨਾਲ ਤੇ ਟੈਂਪਰੇਚਰ ਘਟਾਉਣ ਨਾਲ वॉल्यूम ਘਟਦੀ है, ठीक है ना। इनडायरेक्टली मैं रिलेशन भी बना सकता है कि ਜਿਹੜੀ वॉल्यूम है that is inversely proportional to pressure but it is directly proportional to temperature, ठीक है। वॉल्यूम is inversely proportional to pressure and directly proportional to बच्चे temperature, clear। now we shall come on to, ठीक है। सो बच्चे ऐदा आपां स्टेट्स ऑफ मैटर ਨੂੰ डिस्टिंग्विश करते हैं, ठीक है। नाउ वी शैल स्टडी सम इंपॉर्टेंट प्रॉपर्टीज ऑफ जो अपना चैप्टर है यानी कि गैसियस स्टेट। सो अपन ने गैसियस स्टेट पढ़नी है, ठीक है। ते हुण आपां कुछ इंपॉर्टेंट कैरेक्टरिस्टिक्स पढ़ांगे गैसियस स्टेट दियां, ठीक है। अपन नाल नाल ही बच्चे कंपेयर करते जावांगे सॉलिड्स नू ते लिक्विड्स नू, ठीक है। सो सॉलिड्स, लिक्विड्स एंड गैसेस। अगर मैं गल करा पहली प्रॉपर्टी यानी कि शेप, सो सॉलिड दी एक प्रॉपर शेप हुंदी है, जिथे मर्जी रख दो उसनू, है ना। लिक्विड दी बच्चे कोई शेप नहीं हुंदी, ठीक है। लिक्विड ਨੂੰ ਤੁਸੀਂ अगर जग च रख दोगे तो जग की शेप च आ जाएगा, बीकर च डाल दोगे तो बीकर की शेप च आ जाएगा, गैस की भी कोई शेप नहीं होती बच्चे, है ना। डन के नहीं। नाउ इफ यू टॉक अबाउट वॉल्यूम,
ਤਾਂ ਸੋਲਿਡ ਦੀ ਇੱਕ ਪ੍ਰੋਪਰ ਵੋਲਿਊਮ ਵੀ ਹੁੰਦੀ ਹੈ, ਲਿਕੁਇਡ ਦੀ ਇੱਕ ਪ੍ਰੋਪਰ ਵੋਲਿਊਮ ਹੁੰਦੀ ਹੈ ਹਨਾ। ਅਗਰ ਤੁਸੀਂ 100 ml ਪਾਣੀ ਨੂੰ ਚਾਹੇ ਜੱਗ 'ਚ ਪਾਓ ਚਾਹੇ ਬੀਕਰ 'ਚ ਪਾਓ ਉਹ 100 ml ਹੀ ਰਹੇਗਾ, ਠੀਕ ਹੈ। ਜਦਕਿ ਗੈਸਸ ਦੀ ਕੋਈ ਵੋਲਿਊਮ ਵੀ ਨਹੀਂ ਹੁੰਦੀ ਹਨਾ। ਇੱਕ ਛੋਟੀ ਜੀ ਪਰਫਿਊਮ ਦੀ ਬੋਟਲ ਅਗਰ ਤੁਸੀਂ ਬ੍ਰੇਕ ਡਾਊਨ ਕਰ ਦੋਗੇ ਤਾਂ ਉਹ ਪਰਫਿਊਮ ਪੂਰੇ ਰੂਮ 'ਚ ਰਿਲੀਜ਼ ਹੋ ਕੇ ਰੂਮ ਦੀ ਵੋਲਿਊਮ ਲੈ ਲੇਗਾ। ਅਗਰ ਤੁਸੀਂ ਰੂਮ ਦਾ ਗੇਟ ਵੀ ਖੋਲ ਦੋਗੇ ਉਹ ਰੂਮ 'ਚੋਂ ਬਾਹਰ ਨਿਕਲ ਕੇ ਹੋਰ ਵੋਲਿਊਮ ਉਹਦੀ ਇਨਕਰੀਜ਼ ਹੋ ਜਾਏਗੀ। ਸੋ the solids have definite shape and volume. Liquids, they do not have any definite shape but they have definite volume, and gases have neither a definite shape nor a definite volume. ठीक है बच्चे, clear? ठीक है ना? Now rate of diffusion, rate of diffusion, gases very fast, liquids slow, solids very slow, ठीक है ना। डिफ्यूजन की होती है मूवमेंट फ्रॉम हायर कॉन्सेंट्रेशन टू लोअर कॉन्सेंट्रेशन। गैसेस बच्चे बड़ी जल्दी मूव करते हैं, ठीक है ना। अगर मैं रूम के एक कॉर्नर पे परफ्यूम स्प्रे करदा है तो दूसरे कॉर्नर पे विद इन सेकंड्स चला जाता है, ठीक है। एयर इज आल्सो अ मिक्सचर ऑफ गैसेस। अच्छा इसे करके आप कहने कि जी गैसेस होंदियां ने दे फॉर्म होमोजेनस मिक्सचर्स, क्योंकि वो फटाफट डिफ्यूज करके, ठीक है, हायर टू लोअर कॉन्सेंट्रेशन एक दूसरे नाल मिक्स हो जाती हैं। लिक्विड डिफ्यूज स्लोली करते हैं, कुछ देर तक डिफ्यूज करेंगे फिर रुक जाएंगे। सॉलिड्स वेरी 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 स्लोली, ठीक है। नाउ नेक्स्ट प्रॉपर्टी कंप्रेशन। वेरी हाई। सो कंप्रेशन की होता है किसी चीज ਨੂੰ कंप्रेस करना है ना, उसकी वॉल्यूम ਨੂੰ डिक्रीज करना। तो बच्चे गैसेस की वॉल्यूम बहुत ज्यादा है, आपस में इंटरमोलिकुलर डिस्टेंसेस बहुत ज्यादा है, स्पेसेस बहुत ज्यादा है। सो ਤੁਸੀਂ ਉਹਨਾਂ ਨੂੰ बड़ी इजीली ਤੇ बहुत ज्यादा कंप्रेस कर सकते हो, ठीक है ना। लिक्विड्स ਨੂੰ ਨੈਚੁਰਲ डिस्टेंसेस पहले ही घट है तो होर ਤਾਂ ਉਹਨਾਂ ਦੀ कंप्रेशन घट होएगी, एंड सॉलिड्स ਦੀ कंप्रेशन इज नेग्लिजिबल, ठीक है ना, क्योंकि मॉलिक्यूल्स बच्चे पहले ही बहुत पास है, ठीक है ना। जो मॉलिक्यूल्स पहले ही पास ने तुसी होर कितना उन्हां नूं कंप्रेस करोगे बच्चे, ठीक है ना। नाउ डेंसिटी, डेंसिटी की हुंदी है बच्चे मास अपॉन वॉल्यूम। तो सॉलिड्स दी डेंसिटी विल बी वेरी हाई, क्योंकि इन्हां दी वॉल्यूम की हुंदी है बहुत घट। लिक्विड्स दी घट हो जूगी ते गैसेस दी वेरी लो, ठीक है ना, क्योंकि वॉल्यूम बहुत ज्यादा होगी तो डेंसिटी की होगी बच्चे बहुत घट। क्लियर है कि नहीं? डन। नाउ another property of gases कि they exert pressure in all the directions। आई फैल दिया वो, ठीक है ना। they exert pressure in all the directions, चारों तरफ गैसेस फैल दी हैं। जिद्दां कि देखो ਆਪਾਂ एक बैलून ਨੂੰ ਫੁਲਾਉਂਦੇ ਹੁੰਦੇ ਆ, देखो ਆਪਾਂ बैलून ਨੂੰ ਫੁਲਾਉਣ ਲਈ ਆਪਾਂ ਅੰਦਰ 에ਅਰ ਬਲੋ ਕਰਦੇ ਹਾਂ, we blow up air in it। ਤੇ ਇਹ ਨਹੀਂ ਨਾ ਹੁੰਦਾ ਕਿ ਬੈਲੂਨ ਸਿਰਫ ਇੱਕ ਜਗ੍ਹਾ ਤੋਂ ਫੁੱਲ ਰਿਹਾ, ਉਹ ਚਾਰੋਂ ਤਰਫ ਤੋਂ ਬਰਾਬਰ ਫੁੱਲ ਰਿਹਾ ਹੁੰਦਾ, ਠੀਕ ਹੈ ਨਾ। so they exert pressure in all the directions। clear? so these are some of the major properties ਤੇ ਆਪਾਂ ਨੂੰ clearly note down ਹੋ ਰਿਹਾ properties ਨੂੰ ਪੜ੍ਹਦੇ ਵਕਤ ਕਿ ਜੋ liquids ਦੀਆਂ properties ਨੇ they are in between gases and solids। clear हो जी? कर सकते हो नहीं, ठीक है। सो तुसी एक बार ये प्रॉपर्टीज पहला पढ़नी है, हाफ ऑफ द चैप्टर, ठीक है ना, अपन को क्लियर हो जाता है अगर अपन को ये बेसिक चीज़ां पता है कि इंटरमोलिकुलर फोर्सेस स्ट्रॉन्गेस्ट, वीकर, वीकेस्ट, इंटरमोलिकुलर डिस्टेंसेस स्मॉलेस्ट, लार्जर, लार्जेस्ट, डेंसिटी मोस्ट, lesser, least, diffusion least, greater, greatest, and so on। clear बच्चे? now we shall move on to, so हुण आपां अपनी प्रॉपर्टीज डिस्कस करनियां स्टार्ट करांगे, प्रॉपर्टीज ऑफ गैसेस, ठीक है। so कुछ टर्म्स आपां करांगे बच्चे हुण, ठीक है ना। so first of all what do you mean by
pressure of a gas. ठीक है ना? What do you mean by pressure? ਆਪਾਂ ਕਹਿੰਦੇ ਆ ਬੱਚੇ ਕਿ ਜਿਹੜੀ ਗੈਸ ਹੈ, ठीक है ना, गैस जो एक्सपैंड कर दी है, it exerts pressure in all the directions, ठीक है ना? बेसिकली प्रेशर ਹੁੰਦਾ किस दे करके है? देखो जेडे एक कंटेनर है, देखो बच्चे, सो लेट इट बी दिस इज योर कंटेनर, ठीक है? जेडे गैस दे पार्टिकल्स है वो फ्रीली मूव करनगे सारी डायरेक्शंस, ਜਦੋਂ ਉਹ मूव करनगे इधर ਨੂੰ ਤਾਂ they will collide with the walls of the container and they will exert a pressure on it. So they will exert a pressure on it and this is called pressure of the gas. ठीक है? तो pressure का formula क्या होता है? Force upon area. So it is the force exerted by the molecules of the gas per unit area of the container. Force per unit area is known as बच्चे walls of the pressure of the gas. Clear? हाँ जी, एक टर्म होती है अपने को एटमॉस्फेरिक प्रेशर। अच्छा एक चीज याद रखनी है, आप प्रेशर ਨੂੰ मेजर करते हैं बाय एन इंस्ट्रूमेंट नोन एज मैनोमीटर। अपने को दो टाइप के मैनोमीटर्स होंगे ने, एक ओपन एंड मैनोमीटर एंड एक क्लोज्ड एंड मैनोमीटर। The atmospheric pressure is measured by an instrument known as barometer. Fine? ठीक है, मैनोमीटर एंड बैरोमीटर। ठीक है? सो हम देखो बच्चे, सो ਜਿਹੜਾ ਇਹ एटमॉस्फेरिक प्रेशर है ਹੁਣ ਇਹ ਕੀ ਹੁੰਦਾ है? देखो ਆਪਾਂ ਨੂੰ ਪਤਾ है ना कि this is earth, ठीक है? अर्थ ਦੇ ਚਾਰੋਂ तरफ there is a blanket of air. पढ़ते हैं ਤੁਸੀਂ ਜਿਹਦੇ डिफरेंट लेयर्स में mesosphere, stratosphere, ozonosphere etc. है ना? ਤਾਂ ਹੁਣ ਦੇਖੋ ਗ੍ਰੈਵਿਟੀ ਕਾਰਨ सब कुछ towards the surface of the earth attracted है। सो ਜਿਹੜਾ ਇਹ एयर है ਇਹ ਵੀ ਆਪਣੇ ਉੱਪਰ ਇੱਕ ਪ੍ਰੈਸ਼ਰ ਲਗਾ ਰਹੀ ਹੈ and this pressure is known as atmospheric pressure। ਨਾਲੇ ਤੁਸੀਂ ਇਹ ਨਾ ਸੋਚੋ मतलब ਇਹ ਨਾ ਕਹੋ ਕਿ ਸਰ ਵੀ ਸਾਨੂੰ ਤਾਂ ਕੋਈ ਪ੍ਰੈਸ਼ਰ ਫੀਲ ਹੀ ਨਹੀਂ ਹੋ ਰਿਹਾ, ਹੈ ਨਾ? ਪ੍ਰੈਸ਼ਰ ਹੁੰਦਾ ਹੈ ਬੱਚੇ, ਹੈ ਨਾ? ਦੇਖੋ ਤਾਂ ਹੀ ਤਾਂ ਆਪਾਂ ਕਹਿੰਦੇ ਕਿ ਵਾਟਰ ਦਾ ਬੋਇਲਿੰਗ ਪੁਆਇੰਟ ਹੈ। ਇਧਰ ਦੇਖੋ, let it be कि these are the molecules of water, ठीक है? चलो वाटर नहीं तो कोई भी लिक्विड लगा लो। एक लिक्विड ਦਾ सैंपल है, ਜਦੋਂ ਇਸ ਨੂੰ ਤੁਸੀਂ ਇਵੈਪੋਰੇਟ ਕਰਦੇ ਹੋ ਇਟ ਇਨਵੋਲਵਸ ਟੂ ਪ੍ਰੋਸੈਸਸ। ਦੇਖੋ ਇਹਨਾਂ ਦੀਆਂ ਆਪਸ ਵਿੱਚ ਫੋਰਸਸ ਹੈ, ਤੁਸੀਂ ਇਹਨਾਂ ਨੂੰ ਹੀਟ ਕੀਤਾ, ਇਹਨਾਂ ਦੀ ਕਾਈਨੈਟਿਕ એનર્ਜੀ ਵਧੀ, ਪਹਿਲਾਂ ਇਹਨਾਂ ਦੀਆਂ ਆਪਸ ਦੀਆਂ ਫੋਰਸਸ ਟੁੱਟ ਗਈਆਂ। ਹੁਣ ਉਸ ਤੋਂ ਬਾਅਦ ਇਹ ਮੋਲੀਕਿਊਲਸ ਨੂੰ ਉੱਪਰ ਨੂੰ ਉੱਡਣਗੇ, ਐਸਕੇਪ ਕਰਨਗੇ, ਇਵੈਪੋਰੇਟ ਹੋਣਗੇ। ਇਹਨਾਂ ਨੂੰ ਕੌਣ ਰੋਕ ਰਿਹਾ ਉੱਪਰੋਂ? ਐਟਮੋਸਫੇਰਿਕ ਪ੍ਰੈਸ਼ਰ। ਐਟਮੋਸਫੇਰਿਕ ਪ੍ਰੈਸ਼ਰ ਨੀਚੇ ਨੂੰ ਲੱਗ ਰਿਹਾ, ਇਹਨਾਂ ਨੂੰ ਉੱਡਣ ਤੋਂ ਰੋਕ ਰਿਹਾ। ਇਹ ਉੱਪਰ ਨੂੰ ਜਾ ਰਹੇ ਨੇ, ਇਹ ਉਸ ਦੇ ਖਿਲਾਫ ਲੱਗ ਰਿਹਾ ਹੈ। ਜਦੋਂ ਇਹਨਾਂ ਦਾ ਖੁਦ ਦਾ ਪ੍ਰੈਸ਼ਰ, ਜਿਹਨੂੰ ਆਪਾਂ ਟਰਮ ਦਿੰਦੇ ਆ, ਇੱਕ ਹੋਰ ਇੰਪੋਰਟੈਂਟ ਟਰਮ ਜਿਹੜੀ ਤੁਸੀਂ ਸੁਣੀ ਹੋਊਗੀ ਬਟ ਬੱਚਿਆਂ ਨੂੰ ਇਹ ਟਰਮਸ ਕਲੀਅਰ ਨਹੀਂ ਹੁੰਦੀਆਂ, ਇਹਨਾਂ ਦਾ ਖੁਦ ਦਾ ਪ੍ਰੈਸ਼ਰ ਕੀ ਕਹਿੰਦੇ ਆ ਉਸਨੂੰ? ਵੇਪਰ ਪ੍ਰੈਸ਼ਰ। ਜਦੋਂ ਇਹਨਾਂ ਦਾ ਖੁਦ ਦਾ ਪ੍ਰੈਸ਼ਰ ਐਟਮੋਸਫੇਰਿਕ ਪ੍ਰੈਸ਼ਰ ਦੇ ਬਰਾਬਰ ਆ ਗਿਆ, ਮੀਨਸ ਹੁਣੇ ਐਸਕੇਪ ਕਰਨ ਲਈ ਤਿਆਰ ਹੈ ਨਾ, क्योंकि इन्हों का प्रेशर देखो, इन्हों का प्रेशर ऊपर लग रहा है, एटमॉस्फेरिक प्रेशर नीचे लग रहा है। अगर ए ज्यादा है ये ऊपर नहीं जा सकते, अगर ए ज्यादा है ऊपर जा सकते हैं। यू गेटिंग अ पॉइंट? ਜਦੋਂ ਇਹਨਾਂ ਦਾ वेपर प्रेशर एटमॉस्फेरिक प्रेशर ਦੇ ਬਰਾਬਰ ਆ ਗਿਆ, दैट पॉइंट इज नोन एज बॉइलिंग पॉइंट। ठीक है ना? ਉਸ ਤੋਂ ਬਾਅਦ ਜਦੋਂ ਅਗਲੀ ਹੀਟ ਜਾਊਗੀ ਤਾਂ ਐਸਕੇਪ ਕਰ ਜਾਣਗੇ ਐਂਡ ਦ ਪ੍ਰੋਸੈਸ ਇਜ਼ ਨੋਨ ਐਜ਼ ਇਵੈਪੋਰੇਸ਼ਨ। ਠੀਕ ਹੈ, ਚਲੋ अब मुद्दे पे आने हैं। सो ये जो ब्लैंकेट ऑफ एयर है इट इज एक्सर्टिंग अ प्रेशर नोन एज एटमॉस्फेरिक प्रेशर जी। ठीक है, ਤੇ ਇਸ बैरोमीटर मैनोमीटर ਦੇ ਵਿੱਚ ਆਪਾਂ ਕਿਹੜਾ ਲਿਕੁਇਡ ਯੂਜ਼ ਕਰਦੇ ਹੁੰਦੇ ਆ? ਸਭ ਨੂੰ ਪਤਾ ਹੈ ਮਰਕਿਊਰੀ। ਜਿੰਨੇ ਵੀ ਇਨਸਟਰੂਮੈਂਟਸ ਆ ਦੇਖੋ, ਥਰਮੋਮੀਟਰਸ ਹੋ ਗਏ ਟੈਂਪਰੇਚਰ ਮੈਜ਼ਰਮੈਂਟ ਲਈ, ਖੈਰ ਅੱਜਕੱਲ ਤਾਂ ਡਿਜੀਟਲ ਆਉਣ ਲੱਗ ਪਏ ਆ, ਹੈ ਨਾ, ਬਟ ਸਟਿਲ
ਜਿਹੜੇ ਪੁਰਾਣੇ ਥਰਮੋਮੀਟਰ ਸੀ ਜਾਂ ਸਫਿਗਮੋਮੈਨੋਮੀਟਰ ਬੀਪੀ ਐਪਰੇਟਸ ਸਭ ਦੇ ਵਿੱਚ ਮਰਕਿਊਰੀ ਯੂਜ਼ ਹੁੰਦੀ ਹੈ। ਤਾਂ ਬੱਚੇ ਯਾਦ ਰੱਖਣਾ ਹੈ ਕਿ the reason for using mercury is number 1 it's very high density, ठीक है, low volatility, जल्दी जल्दी वेपर्स च कन्वर्ट नहीं होता, ठीक है, एंड लास्ट does not stick to the walls of the container. So ਇਹ ਆਪਣੇ ਥਰਮੋਮੀਟਰ ਬੈਰੋਮੀਟਰ ਜਾਂ ਕਿਸੇ ਦੀਆਂ ਵੀ ਵਾਲਸ ਨਾਲ ਸਟਿਕ ਨਹੀਂ ਕਰਦਾ। ਦੇਖੋ ਜਦੋਂ ਆਪਾਂ ਥਰਮੋਮੀਟਰਸ ਯੂਜ਼ ਕਰਦੇ ਹਾਂ ਤੁਸੀਂ ਦੇਖਿਆ ਹੋਵੇਗਾ ਥਰਮੋਮੀਟਰਸ ਜਾਂ ਫਿਰ ਸਫਿਗਮੋਮੈਨੋਮੀਟਰਸ ਫॉर ਬੀਪੀ ਐਪਰੇਟਸ ਜਿਵੇਂ ਜਿਵੇਂ ਮਰਕਰੀ ਕਾਲਮ ਉੱਪਰ ਨੀਚੇ ਆ ਰਿਹਾ ਹੈ ਉਹਦਾ ਬਿਲਕੁਲ ਇੱਕ ਕਲੀਅਰ ਮਿਨਿਸਕਸ ਹੁੰਦਾ ਹੈ ਕੁਝ ਇਦਾਂ ਦਾ, ठीक है, बिल्कुल क्लियर जिवें इत्थे दिख रहा है ना। ਆਪਾਂ ਨੂੰ ਰੀਡਿੰਗ ਲੈਣੀ ਇਜ਼ ਵੈਰੀ 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 ਈਜ਼ੀ। ਹੁਣ ਤੁਸੀਂ ਖੁਦ ਸੋਚੋ ਕਿ ਅਗਰ ਇਹਦੀ ਜਗ੍ਹਾ ਤੇ ਵਾਟਰ ਹੋਵੇ ਤਾਂ ਵਾਟਰ ਤਾਂ ਬੱਚੇ ਇਹਦੀਆਂ ਵਾਲਸ ਦੇ ਨਾਲ ਨਾ ਆਈ ਸਟਿਕ ਕਰਦਾ ਹੋਊਗਾ, ਫਿਰ ਤੁਸੀਂ ਰੀਡਿੰਗ ਕਿਵੇਂ ਲਓਗੇ? ਤੁਹਾਨੂੰ ਬਾਹਰੋਂ ਕਿਵੇਂ ਪਤਾ ਲੱਗੇਗਾ ਕਿ ਲੈਵਲ ਕਿੱਥੇ ਤੱਕ ਆ ਚੁੱਕਿਆ? ਠੀਕ ਹੈ ਨਾ, ਤੁਹਾਨੂੰ ਤਾਂ ਇੱਥੋਂ ਤੋਂ ਲੈ ਕੇ ਇੱਥੋਂ ਤੱਕ ਕੁਝ ਦਿਖਣਾ ਹੀ ਨਹੀਂ ਨਾ ਬੱਚੇ। ਯੂ ਗੈਟਿੰਗ ਅ ਪੁਆਇੰਟ? ਸੋ ਮਰਕਰੀ ਹੈਜ਼ ਅ ਵੈਰੀ ਹਾਈ ਡੈਂਸਿਟੀ ਜਿਹਦੇ ਕਰਕੇ ਹੈਵੀ ਹੁੰਦਾ ਹੈ, and secondly it does not stick to the walls of the container, ठीक है, इस करके अपन रीडिंग अपनी प्रिसाइज रीडिंग मिलती है without any mistakes, and that is why mercury is used in thermometers, ठीक है ना, thermometers, barometers, manometers, sphygmomanometers and other kind of medical instruments, ठीक है बच्चे। नाउ याद रखना है जो अपना स्टैंडर्ड यूनिट अपन यूज करते हैं है ना फॉर pressure measurement, that standard unit is known as 1 atmosphere। सुना होगा सबने, ठीक है, 1 atmosphere या फिर 1 bar। बार की यूनिट मैं दसांगा, एक मिनट बच्चे। सॉरी, या फिर एटमोस्फेयर या फिर 1 बार। ਬਾਰ ਤੇ ਐਟਮੋਸਫੇਅਰ 'ਚ ਥੋੜਾ ਜਿਹਾ ਫਰਕ ਹੁੰਦਾ ਹੈ, ਉਹ ਕੀ ਹੁੰਦਾ ਮੈਂ ਤੁਹਾਨੂੰ ਦੱਸਾਂਗਾ, ਬਟ ਫਿਲਹਾਲ ਆਪਾਂ ਦੇਖਦੇ ਹਾਂ ਕਿ 1 ਐਟਮੋਸਫੇਅਰ ਕੀ ਹੁੰਦਾ ਹੈ। ਆਪਾਂ ਕਹਿੰਦੇ ਨੇ ਕਿ 1 ਐਟਮੋਸਫੇਅਰ ਤੇ ਆਪਾਂ ਦਿਸ ਇਜ਼ ਨਾਰਮਲ ਪ੍ਰੈਸ਼ਰ ਜੋ ਆਪਣਾ ਗਰਾਊਂਡ ਲੈਵਲ ਤੇ, ਦਿਸ ਇਜ਼ 1 ਐਟਮੋਸਫੇਅਰ। ਨਾਓ ਵਾਟ ਡੂ ਯੂ ਮੀਨ ਬਾय 1 ਐਟਮੋਸਫੇਅਰ? ਕਿ ਅਗਰ ਤੁਸੀਂ ਹੁਣ ਇੱਕ ਬੈਰੋਮੀਟਰ ਲਿਆ ਕੇ ਰੱਖ ਲਓ ਤਾਂ ਬੈਰੋਮੀਟਰ 'ਚ ਰੀਡਿੰਗ ਕਿੰਨੀ ਆਏਗੀ ਬੱਚੇ? 76 ਸੈਂਟੀਮੀਟਰ ਆਫ ਮਰਕਰੀ। ਸੋ ਇਹ ਵੀ ਇੱਕ ਯੂਨਿਟ ਹੈ। ਸੋ 1 atmosphere is equal to 76 centimeters of mercury column। जो साडा बैरोमीटर होएगा ਉਹਦੇ ਵਿੱਚ ਮਰਕਰੀ ਦੀ ਹਾਈਟ ਕਿੰਨੀ ਹੋਏਗੀ? 76 ਸੈਂਟੀਮੀਟਰ, ਠੀਕ ਹੈ। ਦੇਖੋ ਆਪਾਂ ਪ੍ਰੈਸ਼ਰ ਦਾ ਫਾਰਮੂਲਾ ਤੁਸੀਂ ਕੀਤਾ ਹੋਣਾ ਫਿਜ਼ਿਕਸ ਦੇ ਵਿੱਚ, ਆਈ ਹੋਪ। ਪ੍ਰੈਸ਼ਰ ਇਜ਼ ਇਕੁਅਲ ਟੂ h into rho into g। ਕੀਤਾ ਬੱਚੇ ਇਹ फिजिक्स ਦੇ ਵਿੱਚ ਕੀਤਾ ਹੋਵੇਗਾ ਆਈ ਹੋਪ। ਪ੍ਰੈਸ਼ਰ ਇਜ਼ ਇਕੁਅਲ ਟੂ ਹਾਈਟ ਇਨਟੂ ਡੈਂਸਿਟੀ ਇਨਟੂ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਉਹ ਫਾਰਮੂਲਾ ਕਿੱਥੋਂ ਬਣਦਾ ਹੈ? ਦੇਖੋ ਹੁਣ 76 ਸੈਂਟੀਮੀਟਰ ਆਫ ਮਰਕਰੀ ਹੈ ਹਾਈਟ, ਹੈ ਨਾ। ਅਗਰ ਮੈਂ ਤੁਹਾਨੂੰ ਕਹਾਂ ਕਿ ਇੱਥੇ ਮਰਕਰੀ ਦਾ ਮਾਸ ਕਿੰਨਾ ਹੋਇਆ, ਕਿੰਨਾ ਹੋਏਗਾ ਬੱਚੇ? ਡੈਂਸਿਟੀ मतलब मैं रो भी लिख सकता है ना, चलो अपन रो ही लिख लेते हैं, रो इनटू वॉल्यूम। डेंसिटी इज इक्वल टू मास बाय वॉल्यूम, तो मास कितना हो गया? डेंसिटी अपॉन वॉल्यूम। क्लियर है बच्चे? नाउ जो प्रेशर होता है दैट इज इक्वल टू फोर्स अपॉन एरिया। फोर्स की होती है बच्चे? मास इनटू एक्सेलरेशन, इथे मैं लिख ली एक्सेलरेशन ड्यू टू ग्रेविटी अपॉन एरिया, ठीक है। मास की जगह पे मैं लिख दूंगा डेंसिटी इनटू वॉल्यूम। सो density into volume into acceleration due to gravity upon area। clear? now so pressure is equal to हाँ जी rho into volume की होती है बच्चे? length into breadth into height into g upon area की होता है? length into breadth।
सो लेंथ इनटू ब्रेड्थ कट गया बच्चे, कितना रह गया रो इनटू h इनटू g, सो आप उत्थे आ गए। सो दिस इंप्लाइज प्रेशर इज इक्वल टू h इनटू रो इनटू g। क्लियर है बच्चे? सो दिस इज द फॉर्मूला ऑफ प्रेशर एक्चुअल ਦੇ ਵਿੱਚ ਕਿ ਕਿਸੇ ਵੀ ਚੀਜ਼ ਦਾ ਪ੍ਰੈਸ਼ਰ ਕਿਸ ਦੇ ਬਰਾਬਰ ਹੁੰਦਾ ਹੈ, ਡੈਂਸਿਟੀ ਇਨਟੂ ਹਾਈਟ ਇਨਟੂ g। ਹੁਣ ਨੋਟਸ ਦੇ ਵਿੱਚ ਦਿੱਤਾ ਵੀ ਹੋਇਆ, ਤੁਸੀਂ ਕੀ ਕਰੋ, ਡੈਂਸਿਟੀ ਆਫ ਮਰਕਰੀ ਪੁੱਟ ਕਰੋ। ਕਲੀਅਰ? ਡੈਂਸਿਟੀ ਆਫ ਮਰਕਰੀ ਪੁੱਟ ਕਰੋ, वैल्यू जितनी भी होती है, चाहे गूगल तो सर्च करो 13.6 होती है, वैसे SI यूनिट्स पुट करियो। SI यूनिट्स की होंगे बच्चे प्रेशर दे, चलो देखो SI यूनिट्स नाउ, SI यूनिट्स ऑफ डेंसिटी सॉरी प्रेशर आर पास्कल्स, जिसको अपन ऐसा लिख देते हैं PA। ठीक है, तो याद रखना है 1 एटमॉस्फेयर इज इक्वल टू 101,325 पास्कल्स। सो ये स्टैंडर्ड यूनिट ते SI यूनिट्स दे विच फार्मूला रिलेशन 1 एटमॉस्फेयर इज इक्वल टू 101,325 पास्कल्स। हुन तुसी की करो, तुसी इत्थे पुट करो हाइट, कितनी हाइट है मरकरी कॉलम दी 1 एटमॉस्फेयर वाले 76 सेंटीमीटर, इनु मीटर्स च कन्वर्ट कर लो, कितना आ गया 0.76 SI। डेंसिटी गूगल तो सर्च मारो 13.6, ठीक है, पुट करो उसनु SI यूनिट्स च। G ਦੀ ਵੈਲਿਊ ਕਿੰਨੀ ਹੁੰਦੀ ਹੈ 9.8 ਮੀਟਰਸ ਪਰ ਸੈਕਿੰਡ ਸਕੁਆਇਰ SI ਯੂਨਿਟ, ਇਹਨਾਂ ਨੂੰ ਮਲਟੀਪਲਾਈ ਕਰ ਦਿਓ, ਤੁਹਾਡੇ ਕੋਲ ਆ ਵੈਲਿਊ ਆ ਜਾਊਗੀ 101,325 ਪਾਸਕਲਸ। ਮੇਰੀ ਗੱਲ ਸਮਝ ਆਈ? ਨੋਟਸ ਵਿੱਚ ਸॉल्वड ਵੀ ਹੈ, ਤੁਸੀਂ ਚੈੱਕ ਕਰ ਸਕਦੇ ਹੋ। ਕਲੀਅਰ ਬੱਚੇ? ਗੱਲ ਸਮਝ ਆਈ ਨਾ? ਮਰਕਰੀ ਦੀ ਹਾਈਟ, ਡੈਂਸਿਟੀ ਤੇ ਗ੍ਰੈਵਿਟੀ ਪੁੱਟ ਕਰੋ ਤੇ ਆਪਣੇ ਕੋਲ 101,325 ਪਾਸਕਲਸ ਆ ਜਾਏਗਾ। ਠੀਕ ਹੈ ਨਾ? ਸੋ ਦਿਸ ਇਜ਼ ਅਬਾਊਟ ਪ੍ਰੈਸ਼ਰ। ਹੁਣ ਮੈਂ ਪ੍ਰੈਸ਼ਰ ਦੇ सारे यूनिट्स इकट्ठे करके सम अप करता है। सो देखो बच्चे, सो जिन्ने भी आप प्रेशर दे यूनिट्स करांगे, सो देखो बच्चे, जो नॉर्मल स्टैंडर्ड यूनिट आप यूज करते हैं दैट इज 1 एटमॉस्फेयर, एंड दिस 1 एटमॉस्फेयर इज इक्वल टू 76 सेंटीमीटर्स ऑफ मर्क्यूरी कॉलम। ठीक है, ਆਪਾਂ ਨੂੰ ਪਤਾ ਹੈ ਬੱਚੇ 1 सेंटीमीटर ਚ 10 mm ਹੁੰਦੇ ਆ, ਸੋ ਦਿਸ ਇਜ਼ ਆਲਸੋ ਇਕੁਅਲ ਟੂ 760 mm ਆਫ ਮਰਕਰੀ ਕਾਲਮ मिलीमीटर्स। ठीक है, याद रखना है 1 mm is equal to 1 torr, so this is also equal to 760 torr, torr भी एक यूनिट है। ठीक है, now bars, so 1 atmosphere is equal to 1.01 bar, मैं समझ क्या समझा कि लगभग बराबर ही होंगे, थोड़ा सा फर्क है। ठीक है, and this is also equal to 101,325 pascals, and pascals are your SI units। ਤੇ ਬੱਚੇ ਕਈ ਵਾਰ ਆਪਾਂ ਨਿਊਮੈਰੀਕਲ ਨੂੰ ਈਜ਼ੀਲੀ ਐਂਡ ਕੁਇਕਲੀ ਸੋਲਵ ਕਰਨ ਲਈ ਇਸ ਨੂੰ ਅਪਰੋਕਸੀਮੇਟਲੀ ਇਕੁਅਲ ਟੂ ਲੈ ਲੈਂਦੇ ਹੁੰਦੇ ਆ 10 raised to power 5 पास्कल्स। ठीक है ना? देखो ना 1,01,325 वैल्यू है, 1,01,325, तो 1 लाख ਦੇ ਕੰਪੈਰੀਟਿਵਲੀ ਆਪਾਂ 1000 ਨੂੰ ਨੈਗਲੀਜੀਬਲ ਮੰਨ ਕੇ ਸਿੰਪਲੀ 1 लाख पास्कल्स ਲਿਖ ਲਿਆ। ਕਲੀਅਰ? ਸੋ ਦਿਸ ਇਜ਼ ਅਬਾਊਟ ਪ੍ਰੈਸ਼ਰ। ਬੱਚੇ ਆਪਣੇ ਕੰਮ ਦੀ ਚੀਜ਼ ਇਹੀ ਹੈ। ਠੀਕ ਹੈ ਨਾ? ਜਦੋਂ ਆਪਾਂ ਨਿਊਮੈਰੀਕਲਸ ਕਰਾਂਗੇ ਆਪਾਂ ਨੂੰ ਇੰਟਰ ਕਨਵਰਜਨਸ ਦੀ ਬਹੁਤ ਲੋੜ ਪਊਗੀ। ਸੋ ਵਾਂਸ ਅਗੇਨ ਆਈ ਰਿਪੀਟ ਕਿ ਇਦਾਂ ਹੀ ਟਿਪਸ ਤੇ ਲਰਨਡ ਹੋਣੇ ਚਾਹੀਦੇ ਨੇ ਕਿ 1 ਐਟਮੋਸਫੇਅਰ ਇਜ਼ ਇਕੁਅਲ ਟੂ 76 ਸੈਂਟੀਮੀਟਰਸ ਜਾਂ 760 mm ਜਾਂ 760 टॉर्स या 1.01 बार्स या फिर 101,325 पास्कल्स। वैसे एक्चुअल ਦੇ ਵਿੱਚ ਇਹ ਵੈਲਿਊ ਵੀ ਇਹੀ ਹੈ 1.01325, बस आप इतना लिख देना है 1.01 राउंड अप करके। क्लियर आई होप? ठीक है, सो नाउ वी शैल मूव ऑन टू द नेक्स्ट वेरिएबल, यानी कि बच्चों जो नेक्स्ट वेरिएबल आप डिस्कस करने जा रहे हैं दैट इज टेम्परेचर ऑफ अ गैस। So basically what do you mean by temperature? It is the degree of hotness या
कूलनेस ऑफ अ बॉडी, ठीक है ना, कोई बॉडी किन्निक गर्म या किन्निक ठंडी है, ठीक है, दैट इज व्हाट यू मीन बाय, मतलब आप किस दे नाल चेक करते हैं, बाय टेम्परेचर, ठीक है। नाउ दिस इज मेजर्ड बाय यूजिंग एन इंस्ट्रूमेंट नोन एज थर्मोमीटर, बच्चे है ना, बाय यूजिंग an instrument known as thermometer, clear, ठीक है ना बच्चे। नाउ ਹੁਣ देखो ਆਪਾਂ तीन स्केल्स यूज करते हैं टेम्परेचर मेजर करने ਲਈ, फ़ारेनहीट, ठीक है, नंबर 1 इज फ़ारेनहीट, सेल्सियस या जिसको ਆਪਾਂ सेंटीग्रेड भी बोल ਦਿੰਦੇ हैं, एंड फाइनली वी यूज Kelvin, ठीक है। This is written as degree Fahrenheit, this is written as degree C, degree Celsius, and this is simply written as capital K, fine। हम बच्चे जो डिग्री फ़ारेनहीट ਹੁੰਦਾ है, ठीक है ना, डिग्री फ़ारेनहीट ਤੇ डिग्री सेंटीग्रेड ਦਾ ਆਪਸ ਵਿੱਚ ਕੀ ਰਿਲੇਸ਼ਨ ਹੈ, so temperature in degree centigrade is equal to 5 by 9 into temperature in Fahrenheit minus 32, clear। so degree centigrade ਚ ਆਪਾਂ temperature ਕਿਵੇਂ ਕੈਲਕੂਲੇਟ ਕਰਦੇ ਹਾਂ, ਇਦਾਂ, ਠੀਕ ਹੈ, ਤੇ ਆਪਾਂ ਜਿਹੜਾ temperature ਹੁੰਦਾ ਹੈ ਦੋਨੋਂ ਸਕੇਲਸ ਦੇ ਵਿੱਚ ਉਸ ਨੂੰ ਲਿਖਦੇ ਕਿਵੇਂ ਹੈ, ਡਿਨੋਸ਼ਨ ਹੁੰਦੀ ਹੈ T डिग्री, ठीक है ना, T डिग्री, ठीक है, मतलब T stands for temperature and this 0 stands for degree, क्योंकि दोनों टेम्परेचर ਦੇ ਵਿੱਚ ਆਪਾਂ डिग्रीज यूज ਕਰਦੇ हैं। सो डिग्री सेंटीग्रेड ਦੇ ਵਿੱਚ ਲਾਈਕ ਆਪਣਾ ਹਿਊਮਨ ਬੋਡੀ ਟੈਂਪਰੇਚਰ ਨਾਰਮਲ ਕਿੰਨਾ ਹੁੰਦਾ, 98.4, ਸਭ ਨੂੰ ਪਤਾ ਨਾ, ਇਹ 98.4 ਇਜ਼ ਦਾ ਹਿਊਮਨ ਨਾਰਮਲ ਬੋਡੀ ਟੈਂਪਰੇਚਰ, ਤਾਂ ਤੁਸੀਂ ਇੱਥੇ 98.4 ਪੁੱਟ ਕਰੋ, ਹਾਂਜੀ, डिग्री सेंटीग्रेड ਕਿੰਨਾ ਹੁੰਦਾ ਨਾਰਮਲ ਬੋਡੀ ਟੈਂਪਰੇਚਰ, कितना बच्चे, नियरली 37, ठीक है ना, डिग्री फ़ारेनहीट 98.4 एंड डिग्री सेंटीग्रेड नियरली 37, ठीक है। सो तुसी इथे 98.4 पुट करो, इसको सॉल्व करो, यू विल गेट समवेयर अराउंड 37 डिग्री सेंटीग्रेड, क्लियर है कि नहीं। नाउ सो ये दो टेंपरेचर स्केल्स है ਜਿਹੜੇ ਆਪਾਂ ਦੀ कॉमनली अपनी रियल लाइफ च यूज करते हैं, बट in chemistry we use the third scale known as Kelvin scale, and ਅੱਜ ਤੋਂ ਬਾਅਦ याद रखना है बच्चे हमेशा at least for the next 2 years कि chemistry ਦੇ ਵਿੱਚ the only scale used is Kelvin scale, मतलब गेम ही खत्म कर दो बाकी होर किसी स्केल ਦੀ, ਆਪਾਂ ਜਿੰਨੀਆਂ ਵੀ ਕੈਲਕੂਲੇਸ਼ਨਸ ਕਰਨੀਆਂ, ਚਾਹੇ ਆਪਾਂ ਨੂੰ ਟੈਂਪਰੇਚਰ ਗਿਵਨ ਹੈ फ़ारेनहीट ਚ, वैसे नहीं होएगा, चाहे गिवन है डिग्री सेंटीग्रेड चाहे कैल्विन च, ਆਪਾਂ कैलकुलेशंस ਕਰਨ ਤੋਂ ਪਹਿਲਾਂ ਆਪਾਂ ਉਸ ਨੂੰ ਕੈਲਵਿਨ ਦੇ ਵਿੱਚ ਚੇਂਜ ਕਰਾਂਗੇ ਹੀ ਕਰਾਂਗੇ, ਠੀਕ ਹੈ ਨਾ, ਯੂ ਗੈਟਿੰਗ ਅ ਪੁਆਇੰਟ। ਦੇਖੋ फ़ारेनहीट ਤਾਂ ਕਦੇ ਯੂਜ਼ ਹੋਊਗਾ ਹੀ ਨਹੀਂ, डिग्री सेंटीग्रेड अगर कभी यूज हो भी गया, ठीक है, तब बिफोर स्टार्टिंग, बिफोर सॉल्विंग योर न्यूमेरिकल चेंज इट इनटू केल्विन, ठीक है, तो इसनु आपां डिनोट करते हैं बाय कैपिटल T, ठीक है, आपां कदे भी T डिग्री नहीं लिखते। सो देखो हुण चेंज किवें हुंदा बच्चे, रिलेशन की है, केल्विन दे विच डिग्री सेंटीग्रेड जिन्ना भी टेंपरेचर है ईजीएस्ट है उस दे विच 273 ऐड कर दो, दैट्स इट। वैसे एग्जैक्ट ਹੁੰਦਾ 273.15, बट ਆਪਾਂ 273 ਨਾਲ ਕੰਮ ਚਲਾ ਲੈਂਦੇ ਆ, ਠੀਕ ਹੈ ਨਾ। ਸੋ ਹੁਣ ਇਹਦਾ ਮਤਲਬ ਕੀ ਹੈ ਕਿ ਲੈਟ ਇਟ ਬੀ ਕਿ ਅਗਰ ਆਪਾਂ ਨੂੰ ਟੈਂਪਰੇਚਰ ਦਿੱਤਾ ਹੋਇਆ ਹੈ, ਸੋ ਫॉर ਐਗਜ਼ਾਮਪਲ ਆਪਾਂ ਨੂੰ ਟੈਂਪਰੇਚਰ ਦਿੱਤਾ ਹੈ 0 ਡਿਗਰੀ ਸੈਂਟੀਗ੍ਰੇਡ, ਤਾਂ ਆਪਾਂ ਬਿਫੋਰ ਸਟਾਰਟਿੰਗ ਆਰ ਨਿਊਮੈਰੀਕਲ ਆਪਾਂ ਲਿਖਾਂਗੇ T is equal to 0 plus 273 यानी कि 273 केल्विन। मेरी गल समझ आई कि नहीं। अगर अपन टेंपरेचर देता है T डिग्री इज इक्वल टू लेट इट बी 100 डिग्री सेंटीग्रेड, तो अपन लिखांगे टेंपरेचर इज इक्वल टू 100 प्लस 273 यानी कि 373 केल्विन। क्लियर। सो याद रखना है द ओनली स्केल दैट वी यूज इन केमिस्ट्री इज ऑलवेज द केल्विन स्केल, ठीक है।
एंड नाउ एक टर्म जब हम पहला कर चुके हैं, नॉर्मल टेम्परेचर एंड प्रेशर, फुल फॉर्म की होती है एनटीपी दी, नॉर्मल टेम्परेचर एंड प्रेशर। सो नॉर्मल टेम्परेचर एंड प्रेशर देखो बच्चे क्यों रखा गया है, ठीक है। देखो नॉर्मल टेम्परेचर एंड प्रेशर कंडीशंस की होती हैं, प्रेशर इज 1 एटमॉस्फेयर, the temperature is 0 degree centigrade यानी कि 273 केल्विन। these are your NTP conditions। ये अपन ने क्यों रखी हैं, है ना। ਹੁਣ suppose अगर मैं ਤੁਹਾਨੂੰ ਕੋਈ ਪੁੱਛਾਂ ਕਿ ਕਿਸੇ ਗੈਸ ਦੇ 1 ਮੋਲ ਦੀ ਵੋਲਿਊਮ ਕਿੰਨੀ ਹੁੰਦੀ ਹੈ, ਤਾਂ ਆਪਾਂ ਨੂੰ ਪਤਾ ਹੈ ਜੀ ਅਗਰ ਤੁਸੀਂ ਪ੍ਰੈਸ਼ਰ ਵਧਾਓਗੇ ਤਾਂ ਵੋਲਿਊਮ ਘਟ ਜੂਗੀ, ਟੈਂਪਰੇਚਰ ਵਧਾਓਗੇ ਤਾਂ ਵੋਲਿਊਮ ਵੱਧ ਜੂਗੀ। ਤਾਂ ਆਪਾਂ ਨੂੰ ਕੋਈ ਨਾ ਕੋਈ ਤਾਂ ਪੁਆਇੰਟ ਫਿਕਸ ਕਰਨਾ ਪਊਗਾ ਨਾ ਉਸ ਦੀ ਵੋਲਿਊਮ ਨੂੰ ਮੇਜਰ ਕਰਨ ਲਈ। ਸੋ ਆਲ ਦ ਕੈਲਕੂਲੇਸ਼ਨਸ ਆਰ ਡਨ ਐਟ NTP यानी कि 1 atmosphere 0 degree centigrade, and these are called your normal temperature and pressure conditions। So once again I repeat कि how to convert degree Fahrenheit into degree centigrade, 5 by 9 into F minus 32, and how to convert degree centigrade into Kelvin, Kelvin scale is equal to degree centigrade plus 273, that's it, done, easy। And now we shall move on to our third and last variable, that is volume। वॉल्यूम। सो बच्चे वॉल्यूम की है बेसिकली एक गैस ने कितनी वॉल्यूम ऑक्यूपाई की हुई है, कितनी स्पेस ऑक्यूपाई की हुई है, द डिग्री ऑफ स्पेस ऑक्यूपाइड बाय अ गैस एट नॉर्मल टेंपरेचर एंड प्रेशर कंडीशंस, है ना। उसमें ਆਪਾਂ ਉਸ ਦੀ ਮੋਲਰ ਵੋਲਿਊਮ ਜਿਵੇਂ ਆਪਾਂ ਲਿਖਿਆ ਸੀਗਾ ਨਾ ਕਿ ਇੱਕ ਐਨਟੀਪੀ ਕੰਡੀਸ਼ਨਸ ਤੇ ਕਿਸੇ ਵੀ ਗੈਸ ਦਾ 1 ਮੋਲ ਕਿੰਨੀ ਵੋਲਿਊਮ ਐਗਜ਼ਿਸਟ, ਕਿੰਨੀ ਵੋਲਿਊਮ ਕਵਰ ਕਰਦਾ ਹੈ, ऑक्यूपाई करता है 22.4 लीटर्स, ठीक है ना बच्चे। So basically the degree of space that is occupied by a substance, it is known as its volume, ठीक है। Now again important इत्थे की ने units। So बच्चे most common unit जेड़ा आपां यूज करांगे that is liters। most common जेड़ा standard unit आपां यूज करने that is liters। ਹੁਣ ਇਸ ਦੀਆਂ ਇੰਟਰ ਕਨਵਰਜਨਸ ਵੀ ਨੋ ਕਿ 1 ਲੀਟਰ ਇਜ਼ ਇਕੁਅਲ ਟੂ 1000 ਮਿਲੀਲੀਟਰਸ, ਸਭ ਨੂੰ ਪਤਾ ਹੈ ਤਾਂ। एंड 1 मिलीलीटर इज इक्वल टू 1 सेंटीमीटर क्यूब, तो यानी कि दिस इज आल्सो इक्वल टू 1000 सेंटीमीटर क्यूब या फिर सीसी, ठीक है, दोनों इको चीज है, ठीक है। नाउ दिस इज आल्सो इक्वल टू 1 डेसीमीटर क्यूब। सो यानी कि 1 लीटर ते 1 डेसीमीटर दे आर द सेम, ठीक है बच्चे। 1 लीटर ते 1 डेसीमीटर क्यूब दे आर द सेम। नाउ SI यूनिट्स अगेन, हुन SI यूनिट्स की हुंदे ने बच्चे वॉल्यूम दे मीटर क्यूब्स, ਤਾਂ ਹੁਣ 1 ਲੀਟਰ ਚ ਕਿੰਨੇ ਮੀਟਰ ਕਿਊਬ ਹੋਣਗੇ। ਸੋ ਦੇਖੋ डेसीमीटर 1 डेसीमीटर इज इक्वल टू 1 by 10 मीटर्स, देखो ना 1 मीटर is equal to 10 decimeters। so 1 decimeter, so I can say 1 decimeter is equal to 10 raises minus 1 meters, clear। so 1 decimeter cube is equal to, done, clear। so 1 liter is equal to 10 raises minus 3 मीटर क्यूब्स, क्लियर बच्चे। 1 लीटर इज इक्वल टू 10 raises minus 3 मीटर क्यूब्स। सो दीज आर योर इंटर कन्वर्जन्स फॉर वॉल्यूम जेडे नॉर्मली अपन ਨੂੰ न्यूमेरिकल्स ਚ वॉल्यूम ਦੇ यूनिट्स आ सकते हैं, वैल्यूज आ सकती हैं बच्चे, ठीक है, डन, क्लियर। सो ਹੁਣ ਇੱਕ ਗੈਸ ਤੇ ਆਪਾਂ ਨੇ 3 ਵੇਰੀਏਬਲਸ ਕਰ ਲਏ, ਤਿੰਨੋਂ ਵੇਰੀਏਬਲਸ 3 ਹੀ ਹੁੰਦੇ ਨੇ, ਪ੍ਰੈਸ਼ਰ, वॉल्यूम। देखो बच्चे ਜਿਹੜੀਆਂ ਚੀਜ਼ਾਂ ਦੇ ਉੱਪਰ ਕੋਈ ਵੀ ਚੀਜ਼ ਡਿਪੈਂਡ ਕਰਦੀ ਹੈ, ਹੁਣ ਦੇਖੋ ਸਪੋਜ਼ ਇਹ ਕੋਈ ਵੀ ਸਬਸਟੈਂਸ ਹੈ, ਠੀਕ ਹੈ, ਇਹ वेरिएबल्स ਦੇ ਉੱਪਰ, ਇਹ वेरिएबल्स ਇੱਕ ਦੂਜੇ ਦੇ ਉੱਪਰ ਡਿਪੈਂਡ ਕਰਨਗੇ। ਅਗਰ ਮੈਂ ਪ੍ਰੈਸ਼ਰ ਇੰਕਰੀਜ਼ ਕਰ ਦੂੰਗਾ ਤਾਂ वॉल्यूम विल डिक्रीज, अगर मैं प्रेशर रिलीज कर दूंगा वॉल्यूम विल इंक्रीज, अगर मैं इसको हीट करूंगा तो एक्सपैंड करूंगा तो वॉल्यूम विल इंक्रीज,
अगर मैं इसको कूल डाउन कर दूंगा, चिल कर दूंगा, तो ये कंप्रेस हो जाऊगा, द वॉल्यूम विल डिक्रीज। सो प्रेशर, वॉल्यूम एंड टेंपरेचर आपस ਵਿੱਚ ਲਿੰਕਡ ਹੈ। ਇੱਕ ਹੋਰ ਫੈਕਟਰ ਹੈ ਜਿਹਦੇ ਨਾਲ ਮੈਂ ਇਸ ਦਾ ਪ੍ਰੈਸ਼ਰ ਜਾਂ ਵੋਲਿਊਮ ਵਧਾ ਘਟਾ ਸਕਦਾ, ਉਹ ਕੀ ਹੈ? ਕੁਆਂਟੀਟੀ। ਹੁਣ ਅਗਰ ਇੱਕ ਨੋਟਬੁੱਕ ਹੈ ਤਾਂ ਇਸ ਦੀ ਵੋਲਿਊਮ ਲੈਟ ਬੀ 10 यूनिट्स है ना, 1 नोटबुक इज इक्वल टू 10 यूनिट्स। अगर मैं 2 नोटबुक्स रख दूंगा 20 यूनिट्स, 3 नोटबुक्स रख दूंगा 30 यूनिट्स एंड सो ऑन। सो वॉल्यूम इज आल्सो डायरेक्टली प्रोपोर्शनल टू द नंबर ऑफ मोल्स या क्वांटिटी, ठीक है ना। सो वी हैव mainly 4 variables. Number 1 is pressure, volume, temperature and number of moles, यानी कि amount of the substance, जिन्हां दे आपस ਵਿੱਚ ਇੱਕ ਦੂਸਰੇ ਨਾਲ ਰਿਲੇਸ਼ਨਸ ਹੈ। ਇਹ ਆਪਾਂ ਅਗਲੇ ਲੈਕਚਰ 'ਚ ਪੜਾਂਗੇ, ਬਟ ਇੱਕ ਵਾਰ ਮੈਂ ਤੁਹਾਨੂੰ ਵੈਸੇ ਹੀ ਆਪਾਂ ਨੇ ਇੰਨਾ ਕੁ ਤਾਂ ਪੜ੍ਹ ਹੀ ਲਿਆ। ਸੋ ਦੇਖੋ, अगर मैं प्रेशर ਵਧਾਉਂਗਾ तो वॉल्यूम घट जूगी। सो प्रेशर एंड वॉल्यूम आर इनवर्स, क्लियर। अगर मैं टेंपरेचर ਵਧਾਉਂਗਾ तो वॉल्यूम ਵਧੂਗੀ। सो वॉल्यूम एंड टेंपरेचर आर डायरेक्टली प्रोपोर्शनल, ठीक है। अगर मैं अमाउंट ਵਧਾ दूंगा तो भी वॉल्यूम ਵਧੂਗੀ। सो वॉल्यूम एंड नंबर ऑफ मोल्स आर आल्सो डायरेक्टली प्रोपोर्शनल। सो कल ਆਪਾਂ ਬੱਚੇ ਇਹ वेरिएबल्स ਕਰਾਂਗੇ ਤੇ ਇਹਨਾਂ ਦੇ ਨਾਲ ਰਿਲੇਟਡ ਨਿਊਮੈਰੀਕਲਸ ਸਟਾਰਟ ਕਰਾਂਗੇ, ਠੀਕ ਹੈ। ਸੋ ਅੱਜ ਆਪਾਂ ਨੇ ਬੇਸਿਕ ਇੰਟਰੋਡਕਸ਼ਨ ਕੀਤੀ ਹੈ ਚੈਪਟਰ ਦੀ ਕਿ व्हाट डू यू मीन बाय स्टेट्स ऑफ मैटर, ਕਿਹੜੇ ਕਿਹੜੇ ਫੈਕਟਰਸ ਦੇ ਉੱਪਰ स्टेट्स ऑफ मैटर डिपेंड ਕਰਦੀਆਂ। ਸੋ ਕਿਹੜੇ ਫੈਕਟਰ ਦੇ ਉੱਪਰ? इंटरमॉलिक्यूलर फोर्सेस। अगर इंटरमॉलिक्यूलर फोर्सेस बहुत स्ट्रॉन्ग है तो सॉलिड्स, थोड़े जे घट गए तो लिक्विड्स, बिल्कुल नेग्लिजिबल है तो गैसेस। याद रखना बच्चे, ये नहीं कहना कि गैसेस दे विचकार इंटरमॉलिक्यूलर फोर्सेस ही नहीं होंदियां। नेग्लिजिबल, नेग्लिजिबल मतलब बहुत घट, नॉट जीरो, ठीक है ना। सो इंटरमॉलिक्यूलर फोर्सेस बहुत स्ट्रॉन्ग है तो मॉलिक्यूल्स पास पास होंगे तो सॉलिड्स, थोड़ी जे घट है दूर चले गए लिक्विड्स, बहुत घट है बहुत दूर चले गए तो गैसेस। यू गेटिंग अ पॉइंट, ठीक है। अगर अपने पास सो मतलब ये इंटरमॉलिक्यूलर फोर्सेस का इफेक्ट है, ठीक है ना। उल्टा अगर इंटरमॉलिक्यूलर फोर्सेस बहुत ज्यादा हो जाएंगियां, डिस्टेंसेस घट जाएंगे, लिक्विड्स फोर्सेस घट गई, डिस्टेंसेस बढ़ गए, गैसेस फोर्सेस नेग्लिजिबल हो गई, डिस्टेंसेस बहुत ज्यादा हो गए, इन्ने ज्यादा हो गए कि जिहड़ी मॉलिक्यूल्स दी आपदी वॉल्यूम है और टोटल वॉल्यूम के मुकाबले कितनी रह गई? सिर्फ 0.1 एट नॉर्मल टेंपरेचर एंड प्रेशर कंडीशंस, ठीक है। फिर आपां ने कीते बच्चे तीनों वेरिएबल्स जिहड़े कि एक दूसरे के ऊपर डिपेंड करते हैं, प्रेशर, वॉल्यूम एंड टेंपरेचर। प्रेशर लई आपां ने की किया कि आपां सारे इंस्ट्रूमेंट्स दे विच जिहड़े मैनोमीटर्स या बैरोमीटर्स उहनां विच मर्क्यूरी यूज करते हैं ड्यू टू मेन 2 रीजंस। इट इज नॉट वॉलेटाइल, ठीक है, इट डज नॉट स्टिक टू द वॉल्स ड्यू टू इट्स हाई डेंसिटी, ठीक है। फिर अपन ने क्या कि जो प्रेशर के यूनिट्स है वो आपस में किवें इंटर रिलेटेड है। 1 एटमॉस्फेयर इज इक्वल टू 760 सेंटीमीटर्स, 760 mm, 760 torrs, 1.01 bars and 101,325 pascals. Then we moved on to temperature. Temperature अपन ने क्या कि it is the degree of hotness या coolness of a body, ठीक है। 3 स्केल्स अपन यूज करते हैं, डिग्री फ़ारेनहीट, डिग्री सेंटीग्रेड एंड केल्विन्स। डिग्री सेंटीग्रेड इज इक्वल टू 5/9 into डिग्री फ़ारेनहीट minus 32 and Kelvin is equal to डिग्री सेंटीग्रेड plus 273। तो मैं सब बहुत ध्यान नाल कह रहे हैं तो तुसी भी बहुत ध्यान नाल सुन के फॉलो करना है कि अज तो बाद आपां केमिस्ट्री दे विच होर कोई टेंपरेचर स्केल यूज नहीं करांगे, ओनली एंड ओनली केल्विन स्केल, ठीक है। इसी टेंपरेचर च आपां इसी चैप्टर च आपां ये भी करांगे कि केल्विन स्केल आया कित्थों, ठीक है। नेक्स्ट एंड लास्ट आपां ने कीती बच्चे वॉल्यूम टर्म्स कि कितनी स्पेस ऑक्यूपाई करता है कोई सब्जेक्ट, कोई भी सबस्टेंस, दैट इज गिवन बाय इट्स वॉल्यूम। तो वॉल्यूम दे यूनिट्स दे विचों मोस्ट कॉमन यूनिट यूज्ड इज लीटर्स and 1 liter is equal to 1000 milliliters. It is also equal to 1000 centimeter cube. It is also equal to 1 decimeter cube and it is also equal to 10 raises minus 3 meter cubes. Fine बच्चे, so एक बार तुसी इन्ना कवर कर लेना है। कल आपां
ਇਹਨਾਂ ਦੇ ਨਾਲ ਰਿਲੇਟਡ laws and numericals start ਕਰਾਂਗੇ। So keep studying, keep revising and keep yourself fit and fine. Thanks a lot.